ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਈਜ਼ੀ ਲਰਨਿੰਗ ਪੰਜਾਬੀ ਕਲਾਸਿਸ ਵਿੱਚ ਨੀਲਮ ਰੇਜਾ ਵੱਲੋਂ ਤੁਹਾਡਾ ਸਵਾਗਤ ਹੈ। ਬੱਚਿਓ, ਅੱਜ ਆਪਾਂ ਇਸ ਵੀਡੀਓ ਦੇ ਵਿੱਚ 12ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਲਾਜ਼ਮੀ ਪੰਜਾਬੀ ਦੇ ਕਹਾਣੀ ਭਾਗ ਦਾ ਪਹਿਲੇ ਪਾਠ ਸਾਂਝ ਦੇ ਪ੍ਰਸ਼ਨ ਉੱਤਰ ਕਰਾਂਗੇ। ਨਿਬੰਧਾਤਮਕ ਉੱਤਰ ਵਾਲੇ ਪ੍ਰਸ਼ਨ ਮਤਲਬ ਐਸੇ ਟਾਈਪ ਕੁਐਸਚਨ ਆਨਸਰ। ਇਸ ਦਾ ਪਹਿਲਾ ਪ੍ਰਸ਼ਨ ਹੈ, ਸਾਂਝ ਕਹਾਣੀ ਦਾ ਆਲੋਚਨਾਤਮਕ ਸਾਰ ਲਿਖੋ। ਇਸ ਦਾ ਉੱਤਰ ਆਵੇਗਾ, ਪ੍ਰੋਫੈਸਰ M.L. ਮਲਹੋਤਰਾ ਜੇਠ ਦੀ ਗਰਮੀ ਵਿੱਚ ਦੁਪਹਿਰੇ ਸਾਈਕਲ ਉੱਤੇ ਕਾਲਜੋਂ ਬਾਹਰ ਨਿਕਲਿਆ ਤੇ ਰੋੜਿਆਂ ਭਰੀ ਕੱਚੀ ਸੜਕ ਉੱਤੇ ਕਾਫੀ ਜ਼ੋਰ ਲਾਉਣ ਪਿੱਛੋਂ ਪੱਕੀ ਸੜਕ ਤੇ ਚੜ੍ਹ ਗਿਆ। ਇੱਕ ਚੀਰੇ ਵਾਲਾ ਨੌਜਵਾਨ ਸਾਈਕਲ ਸਵਾਰ ਉਸਦੇ ਕੋਲੋਂ ਅੱਗੇ ਲੰਘ ਗਿਆ ਤੇ ਪ੍ਰੋਫੈਸਰ ਵਿਕਸਿਤ ਦੁਨੀਆ ਦੇ ਮੁਕਾਬਲੇ ਸਾਈਕਲ ਯੁੱਗ ਵਿੱਚ ਪਹੁੰਚੇ ਆਪਣੇ ਦੇਸ਼ ਦੀ ਗਰੀਬੀ ਬਾਰੇ ਸੋਚਣ ਲੱਗਾ। ਉਸ ਨੂੰ ਆਪ ਨੂੰ ਵੀ ਬੁੱਢੇ ਬਾਰੇ ਮਤਲਬ ਯਾਨੀ ਕਿ ਏਜ ਹੋਣ ਤੋਂ ਬਾਅਦ ਮੁੱਢਲੀ ਤਨਖਾਹ ਉੱਤੇ ਹੀ ਲੈਕਚਰਾਰੀ ਮਿਲੀ ਸੀ। ਉਸ ਨੇ ਦੇਖਿਆ ਕਿ ਚੀਰੇ ਵਾਲਾ ਨੌਜਵਾਨ ਜਦੋਂ ਅੱਗੇ ਜਾਂਦੀ ਇੱਕ ਮਾਈ ਦੇ ਕੋਲ ਪੁੱਜਾ ਤਾਂ ਮਾਈ ਨੇ ਉਸ ਨੂੰ ਕੁਝ ਕਿਹਾ, ਪਰ ਉਹ ਅੱਗੇ ਲੰਘ ਗਿਆ। ਫਿਰ ਜਦੋਂ ਪ੍ਰੋਫੈਸਰ ਉਸ ਦੇ ਬਰਾਬਰ ਪਹੁੰਚਿਆ ਤੇ ਸੜਕੀ ਭੁੰਬਲ ਵਿੱਚ ਨੰਗੇ ਪੈਰੀ ਤੁਰ ਰਹੀ ਉਸ ਕਮਜ਼ੋਰ ਮਾਈ ਨੇ ਉਸ ਨੂੰ ਨਾਲ ਲਿਜਾਣ ਲਈ ਕਿਹਾ। ਪ੍ਰੋਫੈਸਰ ਪਹਿਲਾਂ ਤਾਂ ਉਹ ਚੁੱਪ ਕਰਕੇ ਅੱਗੇ ਲੰਘ ਗਿਆ, ਪਰ ਫਿਰ ਆਪਣੇ ਆਪ ਨੂੰ ਚੀਰੇ ਵਾਲੇ ਨੌਜਵਾਨ ਵਰਗਾ ਪੱਥਰ ਦਿਲ ਸਮਝਦਿਆਂ ਉਹ ਪਿੱਛੇ ਮੁੜਿਆ ਤੇ ਮਾਈ ਦੇ ਕਹਿਣ 'ਤੇ ਉਸ ਨੂੰ ਚੁੱਕ ਕੇ ਕੈਰੀਅਰ ਉੱਤੇ ਬਿਠਾਇਆ, ਯਾਨੀ ਕਿ ਸਾਈਕਲ ਦੇ ਪਿੱਛੇ ਜਿਹੜਾ ਕੈਰੀਅਰ ਲੱਗਿਆ ਹੁੰਦਾ ਉਸ ਦੇ ਉੱਤੇ ਬਿਠਾ ਲਿਆ। ਪਰ ਇਸ ਸਮੇਂ ਉਸ ਦੇ ਗੰਦੇ ਕੱਪੜਿਆਂ ਤੇ ਪਸੀਨੇ ਨੇ ਉਸ ਨੂੰ ਕੀ ਕਰ ਰੱਖਿਆ ਸੀ, ਉਸ ਦੇ ਮਨ ਨੂੰ ਖਰਾਬ ਕਰ ਦਿੱਤਾ। ਰਸਤੇ ਵਿੱਚ ਗੱਲਬਾਤ ਤੋਂ ਉਸ ਨੂੰ ਉਸ ਦੀ ਇਕੱਲਤਾ, ਗਰੀਬੀ ਤੇ ਦੁੱਖ ਭਰੀ ਬੁਰੀ ਹਾਲਤ ਦਾ ਪਤਾ ਲੱਗਾ, ਪਰ ਉਹ ਆਪਣੀ ਆਰਥਿਕ ਮੰਦਹਾਲੀ ਤੇ ਥੋੜ੍ਹਾ ਮਾਰੀ ਜ਼ਿੰਦਗੀ ਕਾਰਨ ਉਹ ਬੇਸਹਾਰਾ ਮਾਈ ਦੀ ਕੋਈ ਵੀ ਮਦਦ ਕਰਨ ਤੋਂ ਅੱਗੇ ਅਸਮਰਥ ਸੀ, ਯਾਨੀ ਕਿ ਉਹ ਮਾਈ ਦੀ ਕੋਈ ਵੀ ਮਦਦ ਨਹੀਂ ਸੀ ਕਰ ਸਕਦਾ। ਅੰਤ ਸ਼ਹਿਰ ਪਹੁੰਚ ਕੇ ਜਦੋਂ ਉਸਨੇ ਉਸ ਨੂੰ ਸਾਈਕਲ ਤੋਂ ਉਤਾਰਿਆ ਤਾਂ ਇਸ ਸਮੇਂ ਹੀ ਚੀਰੇ ਵਾਲਾ ਨੌਜਵਾਨ ਸ਼ਹਿਰੋਂ ਆਪਣਾ ਕੰਮ ਛੇਤੀ ਮੁੱਕਣ ਤੇ ਉੱਥੇ ਆ ਪਹੁੰਚਿਆ ਤੇ ਮਾਈ ਨੂੰ ਕਹਿਣ ਲੱਗਾ ਕਿ ਉਹ ਉਸ ਨੂੰ ਉਸਦੇ ਪਿੰਡ ਸਹੇੜੇ ਤੱਕ ਛੱਡ ਆਵੇਗਾ। ਪ੍ਰੋਫੈਸਰ ਨੇ ਮਾਈ ਨੂੰ ਉਸਦੇ ਸਾਈਕਲ ਉੱਤੇ ਬਿਠਾ ਦਿੱਤਾ ਤੇ ਲਾਲ ਚੀਰ ਵਾਲੇ ਨੇ ਪ੍ਰੋਫੈਸਰ ਵੱਲ ਇੰਝ ਦੇਖਿਆ ਜਿਵੇਂ ਉਹ ਓਪਰਾ ਮਤਲਬ ਬੇਗਾਨਾ ਨਹੀਂ ਸਗੋਂ ਆਪਣਾ ਹੀ ਹੋਵੇ, ਤੇ ਪ੍ਰੋਫੈਸਰ ਨੂੰ ਵੀ ਮਹਿਸੂਸ ਹੋਇਆ ਕਿ ਉਸ ਦਾ ਘਾਟਾ ਪੂਰਾ ਹੋ ਗਿਆ ਹੈ। ਇਸ ਦਾ ਦੂਜਾ ਪ੍ਰਸ਼ਨ ਹੈ, ਸਾਂਝ ਕਹਾਣੀ ਦਾ ਵਿਸ਼ਾ ਕੀ ਹੈ, ਸਪਸ਼ਟ ਕਰੋ। ਸਾਂਝ ਕਹਾਣੀ ਦਾ ਵਿਸ਼ਾ ਸਾਡੇ ਦੇਸ਼ ਵਿੱਚ ਪੈਰ ਪੈਰ ਤੇ ਫੈਲੀ ਗਰੀਬੀ ਤੇ ਆਰਥਿਕ ਮੰਦਹਾਲੀ ਹੈ। ਦੂਜੇ ਦੇਸ਼ਾਂ ਵਿੱਚ ਜਦੋਂ ਸਪੂਤਨਿਕ ਹਵਾਈ ਜਹਾਜ਼ ਤੇ ਕਾਰਾਂ ਦਾ ਯੁੱਗ ਆ ਗਿਆ ਹੈ, ਉਦੋਂ ਸਾਡਾ ਦੇਸ਼ ਪੂਰੀ ਤਰ੍ਹਾਂ ਸਾਈਕਲ ਯੁੱਗ ਵਿੱਚ ਨਹੀਂ ਪਹੁੰਚਿਆ। ਇੱਥੇ ਬੰਦੇ ਨੂੰ ਜ਼ਿੰਦਗੀ ਨੂੰ ਉਸ ਨੂੰ ਅੱਗੇ ਤੋਰਨ ਲਈ ਕਰੜਾ ਸੰਘਰਸ਼, ਯਾਨੀ ਕਿ ਬਹੁਤ ਜ਼ਿਆਦਾ ਸੰਘਰਸ਼ ਕਰਦਿਆਂ ਬਹੁਤ ਸਾਰੇ ਡਿੱਗੋ ਡੋਲੇ ਖਾਣੇ ਪੈਂਦੇ ਹਨ। ਮਾਈ ਵਰਗੇ ਕਈ ਬੇਸਹਾਰੇ ਝੁੱਗੀਆਂ ਵਿੱਚ ਰਹਿੰਦੇ ਹਨ, ਝੁੱਗੀਆਂ ਮਤਲਬ ਝੌਂਪੜੀਆਂ ਬਣਾ ਕੇ ਰਹਿੰਦੇ ਹਨ ਤੇ ਭੁੱਖੇ ਭਾਣੇ ਸੌਂਦੇ ਹਨ, ਯਾਨੀ ਕਿ ਬਿਨਾਂ ਖਾਣਾ ਖਾਧੇ ਉਹ ਸੋ ਜਾਂਦੇ ਹਨ। ਵਿਚਾਰਿਆਂ ਨੂੰ ਮੈਲੇ ਕੁਚੈਲੇ ਤੇ ਲੀਰਾਂ ਹੋਏ ਕੱਪੜਿਆਂ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਅਜਿਹੇ ਗਰੀਬੀ ਤੇ ਤੰਗੀਆਂ ਭਰੇ ਜੀਵਨ, ਤੰਗੀਆਂ ਮਤਲਬ ਬਿਲਕੁਲ ਜਿਨ੍ਹਾਂ ਕੋਲ ਖਾਣ ਪੀਣ ਲਈ ਵੀ ਰੋਟੀ ਨਹੀਂ ਹੁੰਦੀ, ਬੜੇ ਮੁਸ਼ਕਿਲ ਨਾਲ ਗੁਜ਼ਾਰਾ ਕਰਦੇ ਉਹਨਾਂ ਕਹਿੰਦੇ ਤੰਗੀਆਂ ਭਰੇ ਜੀਵਨ ਤੋਂ ਛੁਟਕਾਰੇ ਲਈ ਉਹ ਧਰਮ ਸਥਾਨਾਂ ਦਾ ਸਹਾਰਾ ਲੈਂਦੇ ਹਨ, ਜਿੱਥੇ ਪਹੁੰਚਣ ਲਈ ਨਾ ਉਹਨਾਂ ਦੇ ਸਰੀਰ ਵਿੱਚ ਤਾਕਤ ਹੁੰਦੀ ਹੈ, ਨਾ ਜੇਬ ਦੇ ਵਿੱਚ ਪੈਸਾ, ਯਾਨੀ ਕਿ ਕਿਰਾਇਆ ਭਰਨ ਲਈ ਉਹਨਾਂ ਕੋਲ ਪੈਸਾ ਵੀ ਨਹੀਂ ਹੁੰਦਾ, ਤੇ ਨਾ ਤਪਦੇ ਰਸਤੇ ਤੋਂ ਬਚਣ ਲਈ ਪੈਰੀ ਪਾਉਣ ਲਈ ਜੁੱਤੀ ਹੁੰਦੀ ਹੈ। ਜੇਕਰ ਕੋਈ ਪ੍ਰੋਫੈਸਰ ਵਰਗਾ ਨੇਕ ਦਿਲ ਉਹਨਾਂ ਦੀ ਕੋਈ ਮਦਦ ਕਰ ਦਿੰਦਾ ਹੈ ਤਾਂ ਉਹ ਵੀ ਆਰਥਿਕ ਤੰਗੀਆਂ ਦਾ ਸ਼ਿਕਾਰ ਹੋਣ ਕਰਕੇ ਉਹਨਾਂ ਦੀ ਕੋਈ ਮਾਇਕ ਮਦਦ ਕਰਨ ਜੋਗਾ ਨਹੀਂ ਹੁੰਦਾ, ਯਾਨੀ ਕਿ ਉਹਨਾਂ ਦੇ ਲਾਇਕ ਕੋਈ ਮਦਦ ਕਰਨ ਜੋਗਾ ਨਹੀਂ ਹੁੰਦਾ, ਕਿਉਂਕਿ ਉਹ ਆਪ ਵੀ ਆਰਥਿਕ ਤੰਗੀਆਂ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਆਲੇ ਦੁਆਲੇ ਵਿੱਚ ਅਜਿਹੇ ਲੋਕਾਂ ਦੀ ਸਹਾਇਤਾ ਲਈ ਪ੍ਰੋਫੈਸਰ ਤੇ ਚੀਰੇ ਵਾਲੇ ਨੌਜਵਾਨ ਵਰਗੇ ਨੇਕ ਦਿਲ, ਹਮਦਰਦੀ, ਇਨਸਾਨੀ ਜਿਹੜੇ ਹਨ ਉਹ ਹਮਦਰਦੀ ਵਾਲੇ ਲੋਕ ਕੀ ਹਨ, ਮੌਜੂਦ ਹਨ, ਜੋ ਆਪਣੀ ਸਮਰੱਥਾ ਮੁਤਾਬਕ ਥੂੜਾ ਮਾਰੇ ਲੋਕਾਂ ਦੀ ਸਹਾਇਤਾ ਲਈ ਕੁਝ ਨਾ ਕੁਝ ਹਿੱਸਾ ਪਾਉਂਦੇ ਰਹਿੰਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਚਲਾਉਂਦੇ
ਹਨ। ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਚਲਦੀ ਰਹਿੰਦੀ ਹੈ। ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਦੇਸ਼ ਵਿੱਚ ਪਸਰੀ ਗਰੀਬੀ ਅਤੇ ਮੰਦਹਾਲੀ ਹੈ। ਬੇਸ਼ੱਕ ਇਹ ਕਹਾਣੀ ਅੱਜ ਤੋਂ 60-70 ਸਾਲ ਪਹਿਲਾਂ ਲਿਖੀ ਲਈ ਸੀ, ਪਰ ਅੱਜ ਭਾਰਤ ਵਿੱਚ ਲੋਕਾਂ ਦਾ ਰਹਿਣ ਸਹਿਣ ਪਹਿਲਾਂ ਨਾਲੋਂ ਸੁਧਰਿਆ ਹੈ। ਲੋਕਾਂ ਕੋਲ ਸਾਈਕਲਾਂ ਤੋਂ ਇਲਾਵਾ ਮੋਟਰਸਾਈਕਲ ਜਾਂ ਸਕੂਟਰ ਅਤੇ ਕਾਰਾਂ ਵਰਗੇ ਵਾਹਨ ਆ ਚੁੱਕੇ ਹਨ, ਪਰ ਅਜੇ ਤੱਕ ਬਹੁ ਗਿਣਤੀ ਲੋਕਾਂ ਦਾ ਗਰੀਬੀ ਅਤੇ ਨੀਵੇਂ ਪੱਧਰ ਦੇ ਜੀਵਨ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਹੋ ਸਕਿਆ ਅਤੇ ਇਸ ਦਿਸ਼ਾ ਦੇ ਵਿੱਚ ਅਜੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਇਸ ਦਾ ਅਗਲਾ ਪ੍ਰਸ਼ਨ ਹੈ, ਸਾਂਝ ਕਹਾਣੀ ਦੇ ਪਾਤਰ ਪ੍ਰੋਫੈਸਰ ਦਾ ਸੁਭਾਅ ਕਿਹੋ ਜਿਹਾ ਹੈ? ਉਸਦੇ ਸੁਭਾਅ ਬਾਰੇ ਲਿਖੋ। ਜਾਂ ਸਾਂਝ ਕਹਾਣੀ ਦੇ ਪਾਤਰ ਪ੍ਰੋਫੈਸਰ ਦਾ ਚਰਿੱਤਰ ਚਿਤਰਨ ਕਰੋ। ਪ੍ਰੋਫੈਸਰ ਸਾਂਝ ਕਹਾਣੀ ਦਾ ਕੌਣ ਹੈ? ਮੁੱਖ ਪਾਤਰ ਹੈ। ਉਹ ਪੜ੍ਹਿਆ ਲਿਖਿਆ ਹੈ। ਉਸਨੂੰ ਬੁੱਢੇ ਬਾਰੇ ਨੌਕਰੀ ਮਿਲੀ ਸੀ, ਯਾਨੀ ਕਿ ਜੋ ਜ਼ਿਆਦਾ ਏਜ ਦਾ ਹੋ ਗਿਆ ਸੀ ਤਦ ਉਸਨੂੰ ਨੌਕਰੀ ਮਿਲੀ ਸੀ, ਜਿਸ ਕਰਕੇ ਉਹ ਮੁੱਢਲੀ ਤਨਖਾਹ ਉੱਤੇ ਹੀ ਗੁਜ਼ਾਰਾ ਕਰ ਰਿਹਾ ਹੈ। ਉਸਦੇ ਘਰ ਵਿੱਚ ਗਰੀਬੀ ਹੈ, ਪਰੰਤੂ ਇਸ ਦੁਆਰਾ ਪਹਿਨੀ ਧੋਬੀ ਦੀ ਧੋਤੀ ਚਿੱਟੀ ਪਤਲੂਨ ਅਤੇ ਬੁਸ਼ਰਟ ਕਹਿੰਦੇ ਨੇ ਸ਼ਰਟ ਨੂੰ, ਬੁਸ਼ਰਟ ਕਰਕੇ ਉਸ ਦੀ ਗਰੀਬੀ ਲੋਕਾਂ ਨੂੰ ਦਿਖਾਈ ਨਹੀਂ ਦਿੰਦੀ, ਕਿਉਂਕਿ ਜਿਹੜੇ ਕੱਪੜੇ ਪਾਉਂਦਾ ਸੀ ਉਹ ਧੋਬੀ ਦੇ ਧੋਤੇ ਹੋਏ ਕੱਪੜੇ ਪਾਉਂਦਾ ਸੀ ਅਤੇ ਉਸਦੇ ਕੱਪੜੇ ਹਰ ਵੇਲੇ ਚਮਕਦੇ ਹੋਏ ਨਜ਼ਰ ਆਉਂਦੇ ਸਨ। ਇਸ ਕਰਕੇ ਲੋਕਾਂ ਨੂੰ ਉਸਦੀ ਗਰੀਬੀ ਦਿਖਾਈ ਨਹੀਂ ਸੀ ਦਿੰਦੀ। ਜਦੋਂ ਉਸਨੂੰ ਸਾਈਕਲ ਦੀ ਸਵਾਰੀ ਦੇ ਗਰੀਬ ਦੀ ਸਵਾਰੀ ਹੋਣ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਨਾਲ ਉਸ ਨੂੰ ਇਹ ਹੀਨਤਾ ਭਰਿਆ ਅਹਿਸਾਸ ਹੁੰਦਾ ਹੈ, ਜਿਵੇਂ ਉਸ ਦੀ ਕਾਲੀ ਅਤੇ ਗਲੀਜ਼ ਗਰੀਬੀ ਬਾਹਰ ਦਿਸ ਰਹੀ ਮਤਲਬ ਨਜ਼ਰ ਆ ਰਹੀ ਹੋਵੇ। ਗਰੀਬੀ ਕਾਰਨ ਹੀ ਮਹੀਨੇ ਦੇ ਅੰਤ ਵਿੱਚ ਉਸਦੀ ਜਿਹੜੀ ਜੇਬ ਹੈ ਉਹ ਉਸਦੇ ਵਿੱਚ ਕਿੰਨੇ ਪੈਸੇ ਰਹਿ ਜਾਂਦੇ ਹਨ? ਕੇਵਲ 30 ਪੈਸੇ ਹੀ ਰਹਿ ਜਾਂਦੇ ਹਨ, ਜਿਨ੍ਹਾਂ ਨਾਲ ਉਹ ਨਾ ਆਪਣੇ ਬੱਚੇ ਨੂੰ ਰਸ ਲੈ ਕੇ ਦੇ ਸਕਦਾ ਹੈ ਅਤੇ ਨਾ ਹੀ ਧੋਬੀ ਦੇ ਪੈਸੇ ਦੇ ਸਕਦਾ ਹੈ ਅਤੇ ਨਾ ਹੀ ਬੁੱਢੀ ਦੀ ਸਹਾਇਤਾ ਕਰ ਸਕਦਾ ਹੈ। ਉਸ ਦੀ ਉਸਨੂੰ ਕਿਸੇ ਤੋਂ ਪੈਸੇ ਹਉਮੈ ਹੁੰਦਾ ਹੈ। ਜਿਹੜੀ ਉਸਦੇ ਅੰਦਰ ਅਹਿਮ ਹੈ, ਉਸਨੂੰ ਕਿਸੇ ਕੋਲ ਪੈਸੇ ਮੰਗਣ ਤੋਂ ਵੀ ਵਰਜਦੀ ਮਤਲਬ ਮਨਾ ਕਰਦੀ ਹੈ। ਉਹ ਨੇਕੀ ਅਤੇ ਮਜਬੂਰੀ ਦੀ ਦੁਵਿਧਾ ਵਿੱਚ ਫਸਿਆ ਆਖਰ ਮਜਬੂਰੀ ਹੱਥੋਂ ਹਾਰ ਜਾਂਦਾ ਹੈ। ਉਂਝ ਉਹ ਸੰਵੇਦਨਸ਼ੀਲ ਵਿਅਕਤੀ ਹੈ। ਜਿੱਥੇ ਬੁੱਢੀ ਦੇ ਸਰੀਰ ਦੇ ਕੱਪੜਿਆਂ ਦੀ ਗੰਦਗੀ ਤੋਂ ਉਸਨੂੰ ਕਰੀਚ ਆਉਂਦੀ ਹੈ, ਕਰੀਚ ਮਤਲਬ ਦਿਲ ਉਹਦਾ ਜਿਹੜਾ ਹੈ ਉਹ ਕਰੀਚਦਾ ਹੈ, ਨਫ਼ਰਤ ਆਉਂਦੀ ਹੈ, ਉੱਥੇ ਉਸ ਦੀ ਇਨਸਾਨੀਅਤ ਅਤੇ ਅੰਤਰ ਆਤਮਾ ਉਸ ਤੋਂ ਉਸਦੀ ਸਹਾਇਤਾ ਕਰਵਾਉਂਦੀ ਹੈ। ਉਹ ਭਾਵੇਂ ਬੁਢਾਪੇ ਵਿੱਚ ਦਾਖਲ ਹੋ ਰਿਹਾ ਹੈ, ਪਰ ਸਰੀਰੋਂ ਕਿਹੋ ਜਿਹਾ ਸੀ? ਉਹ ਤਗੜਾ ਸੀ। ਕੌਣ? ਪ੍ਰੋਫੈਸਰ। ਉਸਨੂੰ ਆਪਣੇ ਬੁੱਢੀ ਪ੍ਰਤੀ ਰਵੱਈਏ ਕਰਕੇ ਚੀਰੇ ਵਾਲਾ ਨੌਜਵਾਨ ਜਿਹੜਾ ਹੈ ਉਹ ਪਹਿਲਾਂ ਪੱਥਰ ਦਿਲ ਜਾਪਦਾ ਹੈ, ਪਰ ਅੰਤ ਵਿੱਚ ਆਪਣੇ ਵਰਗਾ ਹੀ ਸੰਵੇਦਨਸ਼ੀਲ ਅਤੇ ਮਨੁੱਖੀ ਦਰਦ ਨਾਲ ਭਰਪੂਰ ਉਸਨੂੰ ਨਜ਼ਰ ਆਉਂਦਾ ਹੈ। ਅਗਲਾ ਪ੍ਰਸ਼ਨ ਹੈ, ਲਾਲ ਚੀਰੇ ਵਾਲੇ ਸਾਈਕਲ ਸਵਾਰ ਨੌਜਵਾਨ ਦਾ ਸੁਭਾਅ ਲਿਖੋ ਜਾਂ ਉਸਦਾ ਚਰਿੱਤਰ ਚਿਤਰਨ ਕਰੋ। ਇਸ ਦਾ ਉੱਤਰ ਆਵੇਗਾ, ਲਾਲ ਚੀਰੇ ਵਾਲਾ ਨੌਜਵਾਨ ਸਾਂਝ ਕਹਾਣੀ ਦਾ ਇੱਕ ਮਹੱਤਵਪੂਰਨ ਪਾਤਰ ਹੈ। ਉਹ ਖੜ ਕਰਦੇ ਸਾਈਕਲ ਉੱਤੇ ਸ਼ਹਿਰ ਜਾ ਰਿਹਾ ਹੈ, ਯਾਨੀ ਕਿ ਉਹਦਾ ਸਾਈਕਲ ਜਿਹੜਾ ਹੈ ਉਹ ਬੜੀ ਆਵਾਜ਼ ਕਰ ਰਿਹਾ ਹੈ। ਉਸ ਦੇ ਉੱਤੇ ਬੈਠ ਕੇ ਉਸਨੂੰ ਚਲਾ ਕੇ ਸ਼ਹਿਰ ਜਾ ਰਿਹਾ ਹੈ। ਪ੍ਰੋਫੈਸਰ ਜਦੋਂ ਉਸਨੂੰ ਬੁੱਢੀ ਨਾਲ ਗੱਲ ਕਰਕੇ ਅੱਗੇ ਲੰਘ ਗਿਆ ਦੇਖਦਾ ਹੈ ਤਾਂ ਉਹ ਉਸਨੂੰ ਇੱਕ ਪੱਥਰ ਦਿਲ ਇਨਸਾਨ ਜਾਪਦਾ ਹੈ, ਪਰੰਤੂ ਮਗਰੋਂ ਜਦ ਉਹ ਬੁੱਢੀ ਦੀ ਸਹਾਇਤਾ ਕਰਦਾ ਹੈ ਤਾਂ ਉਹ ਉਸਨੂੰ ਆਪਣੇ ਵਰਗਾ ਹੀ ਸੰਵੇਦਨਸ਼ੀਲ ਅਤੇ ਮਨੁੱਖੀ ਦਰਦ ਨਾਲ ਭਰਪੂਰ ਵਿਅਕਤੀ ਜਾਪਦਾ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਕਹਾਣੀ ਦੇ ਵਿੱਚ ਪਾਤਰ ਬੁੱਢੀ ਮਾਈ ਦਾ ਚਰਿੱਤਰ ਚਿਤਰਨ ਲਿਖੋ ਜਾਂ ਬੁੱਢੀ ਮਾਈ ਦੇ ਬਾਰੇ ਲਿਖੋ। ਇਸ ਦਾ ਉੱਤਰ ਆਵੇਗਾ, ਬੁੱਢੀ ਮਾਈ ਸਾਂਝ ਕਹਾਣੀ ਦੀ ਮਹੱਤਵਪੂਰਨ ਪਾਤਰ ਹੈ। ਉਹ ਬਹੁਤ ਹੀ ਬੁੱਢੀ, ਸੁੱਕੀ ਹੋਈ ਅਤੇ ਭੁਗੜੀ ਸੀ। ਉਸ ਦੀ ਨਜ਼ਰ ਕਮਜ਼ੋਰ ਅਤੇ ਕਿਹੋ ਜਿਹੀ ਸੀਗੀ? ਉਹ ਨੰਗੇ ਪੈਰ ਜਾ ਰਹੀ ਸੀ। ਉਸਨੇ ਕਾਲੀ ਗੰਦੀ ਅਤੇ ਰੰਗ ਬਿਰੰਗੀਆਂ ਟਾਕੀਆਂ ਵਾਲੀ ਸੁੱਥਣ ਮਤਲਬ ਸਲਵਾਰ ਪਾਈ ਹੋਈ ਸੀ। ਉਸ ਦੇ ਕੁੜਤੇ ਦਾ ਰੰਗ ਮੈਲ ਕਾਰਨ ਪਛਾਣਿਆ ਨਹੀਂ ਜਾ ਰਿਹਾ ਸੀ। ਉਸ ਦੀ ਚੁੰਨੀ ਤੰਦੋ ਤੰਦ ਸੀ, ਯਾਨੀ ਕਿ ਉਸਦੀ ਚੁੰਨੀ ਜਿਹੜੀ ਸੀ ਉਹ ਪੂਰੀ ਤਰ੍ਹਾਂ ਫਟੀ ਹੋਈ ਸੀ। ਉਸਦੇ ਹੱਥ ਵਿੱਚ ਗੰਦਾ ਝੋਲਾ ਸੀ, ਝੋਲਾ ਮਤਲਬ ਥੈਲਾ। ਉਸਦੇ ਹੱਥ ਦੇ ਵਿੱਚ ਗੰਦਾ ਝੋਲਾ ਸੀ। ਉਸਦੇ ਹੱਥ ਵਿੱਚ ਟੁੱਟੀ ਹੋਈ ਤੂਤ ਦੀ ਸੋਟੀ ਸੀ। ਉਸ ਦਾ ਉਹ ਗੰਦਾ ਪਸੀਨਾ ਦੇਖ ਕੇ ਪ੍ਰੋਫੈਸਰ ਦਾ ਮਨ ਪਿਚਕ ਗਿਆ ਸੀ।
ਉਸ ਦਾ ਕੋਈ ਅੰਗ ਸਾਂਝ ਨਹੀਂ, ਅੰਗ ਸਾਂਝ ਮਤਲਬ ਕੋਈ ਰਿਸ਼ਤੇਦਾਰ ਨਹੀਂ ਸੀ। ਉਹ ਜੇਠ ਦੀ ਸੰਗਰਾਂਦ ਦੇ ਦਿਨ 13-14 ਮੀਲ ਅੱਗੇ ਜਾ ਕੇ ਗੁਰਦੁਆਰੇ ਗਈ ਸੀ ਅਤੇ ਵਾਪਸੀ 'ਤੇ ਪ੍ਰੋਫੈਸਰ ਤੋਂ ਸਾਈਕਲ ਉੱਤੇ ਚੜ੍ਹਾ ਕੇ ਸਫ਼ਰ ਮੁਕਾਉਣ ਲਈ ਸਹਾਇਤਾ ਕਰਨ ਲਈ ਹਾੜੇ ਕੱਢਦੀ, ਯਾਨੀ ਕਿ ਕੱਢਦੀ ਹੈ, ਉਸਨੂੰ ਮਿੰਨਤਾਂ ਕਰਦੀ ਹੈ। ਮਗਰੋਂ ਪ੍ਰੋਫੈਸਰ ਵਾਂਗ ਹੀ ਚਿਹਰੇ ਵਾਲਾ ਨੌਜਵਾਨ ਉਸ ਦੀ ਸਹਾਇਤਾ ਕਰਦਾ ਹੈ। ਉਹ ਸਹੇੜੇ ਪਿੰਡ ਵਿੱਚ ਇੱਕ ਝੁੱਗੀ ਵਿੱਚ ਰਹਿੰਦੀ ਸੀ। ਜੇਕਰ ਆਂਢ ਗੁਆਂਢ ਕੁਝ ਦੇਵੇ ਤਾਂ ਖਾ ਲੈਂਦੀ ਸੀ, ਪਰ ਮੰਗਣ ਨਹੀਂ ਸੀ ਜਾਂਦੀ ਅਤੇ ਭੁੱਖੀ ਰਹਿ ਲੈਂਦੀ ਸੀ। ਅੱਗੋਂ ਹਨ ਸੰਖੇਪ ਉੱਤਰ ਵਾਲੇ ਪ੍ਰਸ਼ਨ। ਉਹ ਹੈ, ਪਹਿਲਾ ਪ੍ਰਸ਼ਨ ਹੈ ਇਸਦਾ, ਹਰ ਪਹਾੜੀ ਦਾ ਭਾਵੇਂ ਉਹ ਕਿੱਡੀ ਉੱਚੀ ਹੋਵੇ, ਹਰ ਪਹਾੜੀ ਦਾ ਭਾਵੇਂ ਉਹ ਕਿੱਡੀ ਉੱਚੀ ਹੋਵੇ ਅੰਤ ਜ਼ਰੂਰ ਹੁੰਦਾ ਹੈ। ਯਾਨੀ ਕੋਈ ਵੀ ਪਹਾੜ ਹੋਵੇ ਉਹਦਾ ਭਾਵੇਂ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ, ਉਹਦਾ ਇੱਕ ਵਾਰੀ ਅੰਤ ਜ਼ਰੂਰ ਹੁੰਦਾ ਹੈ। ਪ੍ਰੋਫੈਸਰ ਨੂੰ ਇਹ ਗੱਲ ਕਿਉਂ ਯਾਦ ਆਉਂਦੀ ਹੈ? ਇਸ ਦਾ ਉੱਤਰ ਆਵੇਗਾ, ਪ੍ਰੋਫੈਸਰ ਨੂੰ ਇਹ ਗੱਲ ਉਦੋਂ ਯਾਦ ਆਉਂਦੀ ਹੈ ਜਦੋਂ ਉਸ ਨੂੰ ਢਲਵਾਨ ਵਾਲੀ ਪੱਕੀ ਸੜਕ ਉੱਤੇ ਰੇਹੜੇ ਪਏ ਸਾਈਕਲ ਉੱਤੇ ਬੈਠਿਆਂ ਬਚਪਨ ਵਿੱਚ ਪੜ੍ਹੀ ਅੰਗਰੇਜ਼ੀ ਦੀ ਕਵਿਤਾ ਸਾਈਕਲ 'ਤੇ ਪਹਾੜੀ ਉੱਤੋਂ ਥੱਲੇ ਉਤਰਦਿਆਂ ਦਾ ਚੇਤਾ ਮਤਲਬ ਯਾਦ ਆਉਂਦਾ ਹੈ, ਜਿਸ ਵਿੱਚ ਪਹਾੜੀ ਦੀ ਚੋਟੀ ਉੱਤੇ ਉਸ ਨੇ ਕੀ ਕੀਤਾ ਹੈ ਕਿ ਜ਼ੋਰ ਲਾਉਣ ਤੋਂ ਉੱਥੇ ਉਡੀਕਦੇ ਖੰਭ ਪ੍ਰਾਪਤ ਕਰਨ ਦੀ ਗੱਲ ਕਹੀ ਹੋਈ ਸੀ। ਇਸ ਕਵਿਤਾ ਬਾਰੇ ਸੋਚਦਿਆਂ ਜਦੋਂ ਉਸ ਨੇ ਉਤਰਾਈ ਨੂੰ ਸਰ ਲਿਆ, ਯਾਨੀ ਕਿ ਉਤਰਾਈ ਨੂੰ ਜਦੋਂ ਉਸਨੇ ਕਰ ਲਿਆ, ਪੂਰਾ ਕਰ ਲਿਆ, ਤਾਂ ਉਸ ਨੂੰ ਉਸ ਕਵਿਤਾ ਦੀ ਇੱਕ ਤੁਕ ਮਤਲਬ ਇੱਕ ਲਾਈਨ ਦੀ ਇਹ ਸੱਚਾਈ ਯਾਦ ਆ ਜਾਂਦੀ ਹੈ ਕਿ ਹਰ ਪਹਾੜੀ ਭਾਵੇਂ ਕਿੱਡੀ ਉੱਚੀ ਕਿਉਂ ਨਾ ਹੋਵੇ ਅੰਤ ਜ਼ਰੂਰ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਸਾਈਕਲ ਦੇ ਯੁੱਗ ਵਿੱਚ ਨਹੀਂ ਪਹੁੰਚਿਆ ਅਤੇ ਸਾਈਕਲ ਗਰੀਬਾਂ ਦੀ ਸਵਾਰੀ ਹੈ। ਪ੍ਰੋਫੈਸਰ ਦੇ ਮਨ ਵਿੱਚ ਇਹ ਸਵਾਲ ਕਿਉਂ ਆਉਂਦੇ ਹਨ? ਇਸ ਦਾ ਉੱਤਰ ਆਵੇਗਾ, ਇਹ ਸਵਾਲ ਪ੍ਰੋਫੈਸਰ ਦੇ ਮਨ ਵਿੱਚ ਉਦੋਂ ਆਉਂਦੇ ਹਨ ਜਦੋਂ ਉਸ ਦੇ ਮਨ ਵਿੱਚ ਸਾਈਕਲ ਦੇ ਰੂਪ ਵਿੱਚ ਜੋੜੇ ਦੋ ਪਹੀਆਂ ਦੇ ਸਵਾਰੀ ਦਾ ਤੇਜ਼ ਸਾਧਨ ਬਣਨ ਬਾਰੇ ਖਿਆਲ ਉਪਜਦੇ ਹਨ ਅਤੇ ਨਾਲ ਹੀ ਉਹ ਉਸ ਨੂੰ ਇੱਕ ਭਾਰਤੀ ਲੀਡਰ ਦਾ ਬਿਆਨ ਯਾਦ ਆਉਂਦਾ ਹੈ, ਜਿਸ ਵਿੱਚ ਉਸਨੇ ਕਿਹਾ ਸੀ ਕਿ ਜਿੱਥੇ ਦੂਜੇ ਦੇਸ਼ਾਂ ਵਿੱਚ ਸਪੁਤਨਿਕਾਂ, ਹਵਾਈ ਜਹਾਜ਼ਾਂ ਅਤੇ ਕਾਰਾਂ ਦਾ ਯੁੱਗ ਆ ਗਿਆ ਹੈ, ਉੱਥੇ ਭਾਰਤ ਹਾਲੀ ਮਸੀਂ ਸਾਈਕਲ ਯੁੱਗ ਦੇ ਵਿੱਚ ਹੀ ਪਹੁੰਚਿਆ ਹੈ। ਲੀਡਰ ਦੇ ਇਸ ਖਿਆਲ ਤੋਂ ਲੇਖਕ ਨੂੰ ਯਾਦ ਆਉਂਦਾ ਹੈ ਕਿ ਭਾਰਤ ਵਿੱਚ ਵੀ ਉਹਨਾਂ ਲੋਕਾਂ ਦੀ ਪ੍ਰਤੀਸ਼ਤ ਬਹੁਤ ਘੱਟ ਹੈ ਜਿਨ੍ਹਾਂ ਨੂੰ ਸਾਈਕਲ ਨਸੀਬ ਹੈ। ਉਸ ਨੂੰ ਜਾਪਦਾ ਹੈ ਕਿ ਸਾਈਕਲ ਭਾਰਤ ਵਿੱਚ ਸੱਚਮੁੱਚ ਹੀ ਗਰੀਬਾਂ ਦੀ ਸਵਾਰੀ ਹੈ ਅਤੇ ਇਹ ਉਹਨਾਂ ਦੀ ਗਰੀਬੀ ਦਾ ਸੂਚਕ ਹੈ। ਅਗਲਾ ਪ੍ਰਸ਼ਨ ਹੈ, ਪ੍ਰੋਫੈਸਰ ਬੁੱਢੀ ਮਾਈ ਨੂੰ ਪੈਸੇ ਨਾ ਦੇ ਸਕਣ ਦੇ ਕਿਹੜੇ ਕਾਰਨ ਸਮਝਦਾ ਹੈ? ਇਸ ਦਾ ਉੱਤਰ ਆਵੇਗਾ, ਪ੍ਰੋਫੈਸਰ ਬੁੱਢੀ ਮਾਈ ਨੂੰ ਪੈਸੇ ਨਾ ਦੇ ਸਕਣ ਦਾ ਇੱਕ ਕਾਰਨ ਤਾਂ ਮਹੀਨੇ ਦਾ ਅੰਤ ਹੋਣ ਕਰਕੇ ਆਪਣੀ ਜੇਬ ਵਿੱਚ ਕੇਵਲ 30 ਪੈਸੇ ਹੋਣਾ ਹੈ। ਦੂਜਾ ਕਾਰਨ ਹੈ ਉਸਦੇ ਪੁੱਤਰ ਦਿਨੇਸ਼ ਦੀ ਰਸ ਖਾਣ ਦੀ ਮੰਗ ਹੈ, ਜੋ ਕੇਵਲ 3 ਪੈਸਿਆਂ ਦਾ ਆਉਂਦਾ ਸੀ। ਉਸ ਨੂੰ ਦੁੱਖ ਸੀ ਕਿ ਉਹ ਆਪਣੇ ਬੱਚੇ ਦੀ ਖੁਸ਼ੀ ਲਈ ਇੰਨੇ ਪੈਸੇ ਵੀ ਨਹੀਂ ਸੀ ਖਰਚ ਸਕਿਆ। ਇਸ ਦੇ ਨਾਲ ਹੀ ਉਸ ਨੇ ਧੋਬੀ ਦੇ ਪੈਸੇ ਵੀ ਦੇਣੇ ਸਨ। ਤੀਜਾ, ਉਸ ਦੀ ਹੋਮੇ ਦੀ ਜਿਹੜੀ ਸੀ ਨੇ ਉਸ ਨੂੰ ਕਿਸੇ ਕੋਲ ਪੈਸੇ ਮੰਗ ਕੇ ਬੁੱਢੀ ਦੀ ਲੋੜ ਪੂਰੀ ਕਰਨ ਤੋਂ ਵਰਜਿਆ ਮਤਲਬ ਮਨਾ ਕੀਤਾ। ਅਗਲਾ ਪ੍ਰਸ਼ਨ ਹੈ, ਪ੍ਰੋਫੈਸਰ ਨਾਲ ਚੀਰੇ ਵਾਲੇ ਸਾਈਕਲ ਸਵਾਰ ਬਾਰੇ ਕੀ ਸੋਚਦਾ ਹੈ? ਪ੍ਰੋਫੈਸਰ ਨੂੰ ਲਾਲ ਚੀਰੇ ਵਾਲਾ ਸਾਈਕਲ ਸਵਾਰ ਭਾਜੜ ਮਤਲਬ ਜਲਦੀ ਵਿੱਚ ਜਾਪਿਆ। ਉਸਨੇ ਦੇਖਿਆ ਸੀ ਕਿ ਉਸਨੇ ਬੁੱਢੀ ਨਾਲ ਗੱਲ ਜ਼ਰੂਰ ਕੀਤੀ ਸੀ, ਪਰ ਉਸਨੇ ਮਾਈ ਦੀ ਸਹਾਇਤਾ ਲਈ ਉਸ ਨੂੰ ਆਪਣੇ ਸਾਈਕਲ ਉੱਤੇ ਨਹੀਂ ਸੀ ਬਿਠਾਇਆ, ਜਿਸ ਕਰਕੇ ਉਹ ਉਸ ਨੂੰ ਪੱਥਰ ਦਿਲ ਇਨਸਾਨ ਜਾਪਿਆ। ਯਾਨੀ ਕਿ ਉਸਨੂੰ ਪ੍ਰੋਫੈਸਰ ਨੂੰ ਉਹ ਲਾਲ ਚੀਰੇ ਵਾਲਾ ਪੱਥਰ ਦਿਲ ਇਨਸਾਨ ਜਾਪਿਆ। ਕਹਾਣੀ ਦੇ ਅੰਤ ਵਿੱਚੋਂ ਜਦੋਂ ਉਹ ਲੋੜਵੰਦ ਬੁੱਢੀ ਦੀ ਸਹਾਇਤਾ ਲਈ ਆ ਜਾਂਦਾ ਹੈ ਤਾਂ ਉਹ ਉਸ ਨੂੰ ਆਪਣੇ ਵਰਗਾ ਹੀ ਦੁਖੀਆਂ ਲਈ, ਯਾਨੀ ਕਿ ਜਿਹੜੇ ਦੁਖੀ ਹੁੰਦੇ ਹਨ ਉਹਨਾਂ ਲਈ ਸੰਵੇਦਨਸ਼ੀਲ ਪ੍ਰਤੀਤ ਹੁੰਦਾ ਹੈ। ਸਾਂਝ ਕਹਾਣੀ ਦੀ ਪਿੱਠਭੂਮੀ ਮਤਲਬ ਪ੍ਰਿਸ਼ਠਭੂਮੀ ਵਿੱਚ ਬਣੀਆਂ ਪ੍ਰਸਥਿਤੀਆਂ ਨਾਲੋਂ ਅਜੋਕੀਆਂ ਪ੍ਰਸਥਿਤੀਆਂ ਕਿਵੇਂ ਭਿੰਨ ਹਨ? ਅਜੋਕੀਆਂ ਮਤਲਬ ਅੱਜ ਕੱਲ੍ਹ ਦੀਆਂ ਪ੍ਰਸਥਿਤੀਆਂ ਕਿਵੇਂ ਅਲੱਗ ਹਨ? ਇਸ ਦਾ ਉੱਤਰ ਆਵੇਗਾ, ਸਾਂਝ ਕਹਾਣੀ ਦੀ ਪਿੱਠਭੂਮੀ ਦੇ ਵਿੱਚ ਬਣੀਆਂ ਪ੍ਰਸਥਿਤੀਆਂ ਨਾਲੋਂ ਅਜੋਕੀਆਂ ਪ੍ਰਸਥਿਤੀਆਂ ਦਾ ਸਮੇਂ ਨਾਲ ਫਰਕ ਪੈ ਗਿਆ ਹੈ, ਯਾਨੀ ਕਿ ਟਾਈਮ ਦੇ ਨਾਲ ਉਹਦੇ ਵਿੱਚ ਫਰਕ ਆ ਗਿਆ ਹੈ।
ਹੁਣ ਵੀ ਸੜਕਾਂ ਬਹੁਤੀਆਂ ਚੰਗੀਆਂ ਤਾਂ ਨਹੀਂ, ਪਰ ਪਹਿਲਾਂ ਨਾਲੋਂ ਬਹੁਤ ਫਰਕ ਹੈ। ਹੁਣ 13-14 ਮੀਲ ਦਾ ਪੈਦਲ ਸਫ਼ਰ ਕੋਈ ਘੱਟ ਨਹੀਂ ਹੁੰਦਾ। ਬੱਸਾਂ ਦੀ ਆਵਾਜਾਈ ਵਧੇਰੇ ਮਤਲਬ ਬਹੁਤ ਜ਼ਿਆਦਾ ਹੈ, ਅਤੇ ਸਾਈਕਲਾਂ ਦੀ ਥਾਂ ਲੋਕਾਂ ਕੋਲ ਕਾਰਾਂ ਆ ਗਈਆਂ ਹਨ। ਪਹਿਲਾਂ ਨਾਲੋਂ ਕੱਪੜਿਆਂ ਦੀ ਗੰਦਗੀ ਵੀ ਘੱਟ ਗਈ ਹੈ। ਅਸੀਂ ਕਰਾਂਗੇ ਬਿਲਕੁਲ ਛੋਟੇ ਉੱਤਰ ਵਾਲੇ ਪ੍ਰਸ਼ਨ, 1 ਲਾਈਨ ਜਾਂ 2 ਲਾਈਨਾਂ ਵਾਲੇ ਪ੍ਰਸ਼ਨਾਂ ਦੇ ਉੱਤਰ। ਪਹਿਲਾ ਹੈ, ਸਾਂਝ ਕਹਾਣੀ ਦੇ ਪਾਤਰਾਂ ਦੇ ਨਾਂ ਲਿਖੋ, ਯਾਨੀ ਕਿ ਇਸ ਕਹਾਣੀ ਦੇ ਵਿੱਚ ਜਿਹੜੇ ਪਾਤਰ ਹਨ ਉਹਨਾਂ ਦੇ ਨਾਂ। ਇਸ ਦਾ ਉੱਤਰ ਹੈ ਪ੍ਰੋਫੈਸਰ ML ਮਲਹੋਤਰਾ, ਨੌਜਵਾਨ ਸਾਈਕਲ ਸਵਾਰ, ਮਾਈ ਤੇ ਕਮੇਟੀ ਦੀ ਚੌਕੀ ਦਾ ਬਾਬੂ ਸਾਂਝ ਕਹਾਣੀ ਦੇ ਪਾਤਰ ਹਨ। ਦੂਜਾ ਪ੍ਰਸ਼ਨ ਹੈ, ਸਾਂਝ ਕਹਾਣੀ ਵਿੱਚ ਕਾਲਜ ਤੋਂ ਪੱਕੀ ਸੜਕ ਦਾ ਰਸਤਾ ਕਿਹੋ ਜਿਹਾ ਸੀ? ਇਸ ਦਾ ਉੱਤਰ ਹੈ, ਇਹ ਰਸਤਾ ਰੋੜਿਆਂ ਭਰੀ ਤੇ ਉੱਗੜ ਦੁਗੜੀ ਕੱਚੀ ਸੜਕ ਸੀ। ਇਸ ਉੱਤੇ ਚੜ੍ਹਾਈ ਵੀ ਸੀ। ਕਿਤੇ ਪਾਣੀ ਨੇ ਡੂੰਘੀਆਂ ਘਰਾਲਾਂ ਪਾਈਆਂ ਹੋਈਆਂ ਸਨ ਤੇ ਕਿਧਰੇ ਇਸ ਪ੍ਰਕਾਰ ਸੜਕ ਜਿਹੜੀ ਸੀ ਉਹ ਟੁੱਟੀ ਫੁੱਟੀ ਤੇ ਕੱਚੀ ਸੀ। ਪ੍ਰੋਫੈਸਰ ਸਾਈਕਲ ਚਲਾਉਣ ਦੀ ਆਪਣੇ ਜੀਵਨ ਦੀਆਂ ਮੁਸ਼ਕਲਾਂ ਨਾਲ ਸਮਾਨਤਾ ਕਿਵੇਂ ਮਹਿਸੂਸ ਕਰਦਾ ਹੈ? ਇਸ ਦਾ ਉੱਤਰ ਹੈ, ਜਦੋਂ ਪ੍ਰੋਫੈਸਰ ਦਾ ਸਾਈਕਲ ਟੁੱਟੀ ਭੱਜੀ ਅਤੇ ਉਭਰੇ ਹੋਏ ਰੋੜਿਆਂ ਵਾਲੀ ਸੜਕ ਉੱਤੇ ਸੱਜੇ ਖੱਬੇ ਡੋਲਦਾ ਤੇ ਵੱਲ ਖਾਂਦਾ ਹੌਲੀ ਅੱਗੇ ਵੱਧ ਰਿਹਾ ਸੀ, ਤਾਂ ਉਸਨੂੰ ਜਾਪਿਆ ਕਿ ਮਨੁੱਖੀ ਜੀਵਨ ਵੀ ਐਸੇ ਤਰ੍ਹਾਂ ਮੁਸ਼ਕਲਾਂ ਨਾਲ ਖਹਿੰਦਾ ਡਿੱਕੇ ਢੋਲੇ ਖਾਂਦਾ ਅੱਗੇ ਵੱਧਦਾ ਹੈ। ਫਿਰ ਆ ਜਾਂਦਾ ਹੈ, ਪ੍ਰੋਫੈਸਰ ਮਲਹੋਤਰਾ ਸਾਈਕਲ ਕਿਹੋ ਜਿਹਾ ਚਲਾ ਸਕਦਾ ਸੀ? ਇਸ ਦਾ ਉੱਤਰ ਹੈ, ਪ੍ਰੋਫੈਸਰ ਮਲਹੋਤਰਾ ਸਾਈਕਲ ਬਹੁਤ ਸਾਫ਼ ਚਲਾ ਸਕਦਾ ਸੀ। ਉਹ ਸ਼ਹਿਰਾਂ ਦੇ ਤੰਗ ਬਾਜ਼ਾਰਾਂ ਵਿੱਚੋਂ ਬਿਨਾਂ ਟੱਲੀ ਖੜਕਾਇਆਂ ਵਿੰਗ ਤੜਿੰਗੇ ਯਾਨੀ ਕਿ ਟੇਢੇ ਮੇਢੇ ਰਸਤੇ ਪਰੋਂਦਾ ਲੰਘ ਜਾਂਦਾ ਸੀ। ਪੰਜਵਾਂ ਪ੍ਰਸ਼ਨ, ਪ੍ਰੋਫੈਸਰ ਮਲਹੋਤਰਾ ਨੂੰ ਸਾਈਕਲ ਚਲਾਉਂਦਿਆਂ ਬਚਪਨ ਵਿੱਚ ਪੜ੍ਹੀ ਅੰਗਰੇਜ਼ੀ ਦੀ ਕਿਹੜੀ ਕਵਿਤਾ ਯਾਦ ਆ ਰਹੀ ਸੀ? ਇਸ ਦਾ ਉੱਤਰ ਹੈ, ਸਾਈਕਲ ਤੇ ਪਹਾੜੀ ਤੋਂ ਥੱਲੇ ਉਤਰਦਿਆਂ। ਅਗਲਾ ਪ੍ਰਸ਼ਨ, ਪ੍ਰੋਫੈਸਰ ਮਲਹੋਤਰਾ ਨੂੰ ਸਾਈਕਲ ਚਲਾਉਂਦਿਆਂ ਅੰਗਰੇਜ਼ੀ ਦੀ ਕਵਿਤਾ ਦੀ ਤੁਕ ਵਿਚਲੀ ਕਿਹੜੀ ਸੱਚਾਈ ਦਾ ਅਹਿਸਾਸ ਹੋਣ ਲੱਗਾ? ਇਸ ਦਾ ਉੱਤਰ ਹੈ, ਹਰ ਪਹਾੜੀ ਭਾਵੇਂ ਉਹ ਕਿੱਡੀ ਵੀ ਉੱਚੀ ਕਿਉਂ ਨਾ ਹੋਵੇ, ਉਸ ਦਾ ਅੰਤ ਜ਼ਰੂਰ ਹੁੰਦਾ ਹੈ। 7ਵਾਂ ਪ੍ਰਸ਼ਨ ਹੈ, ਸਾਂਝ ਕਹਾਣੀ ਵਿੱਚ ਕਿਹੜੇ ਰੁੱਖਾਂ ਬੂਟਿਆਂ ਦਾ ਜ਼ਿਕਰ ਆਇਆ ਹੈ? ਇਸ ਦਾ ਉੱਤਰ ਹੈ, ਤਰੇਕ, ਟਾਹਲੀ, ਅੱਕ ਤੇ ਤੂਤ। ਲਾਲ ਚੀਰੇ ਵਾਲੇ ਨੌਜਵਾਨ ਸਾਈਕਲ ਸਵਾਰ ਨੂੰ ਕੋਲੋਂ ਲੰਘਦਿਆਂ ਦੇਖ ਕੇ ਪ੍ਰੋਫੈਸਰ ਦੇ ਮਨ ਵਿੱਚ ਕੀ ਖਿਆਲ ਆਇਆ? ਇਸ ਦਾ ਉੱਤਰ ਹੈ ਕਿ ਪ੍ਰੋਫੈਸਰ ਦੇ ਮਨ ਵਿੱਚ ਖਿਆਲ ਆਇਆ ਕਿ ਉਹ ਸਾਈਕਲ ਜ਼ਰਾ ਤੇਜ਼ ਕਰਕੇ ਉਸ ਤੋਂ ਅੱਗੇ ਲੰਘ ਕੇ ਦੱਸ ਦੇ ਕਿ ਭਾਵੇਂ ਉਸਦੇ ਸਿਰ ਦੇ ਵਾਲ ਚਿੱਟੇ ਹੋ ਗਏ ਹਨ, ਪਰ ਉਹ ਅਜੇ ਵੀ ਜਵਾਨਾਂ ਤੋਂ ਮਾਰ ਨਹੀਂ ਖਾਂਦਾ। ਪਰ ਫਿਰ ਉਸਨੇ ਇਹ ਖਿਆਲ ਛੱਡ ਦਿੱਤਾ। ਅਗਲਾ ਪ੍ਰਸ਼ਨ ਹੈ, ਭਾਰਤੀ ਲੀਡਰ ਨੇ ਆਪਣੀ ਤਕਰੀਰ ਵਿੱਚ ਕੀ ਕਿਹਾ ਸੀ? ਇਸ ਦਾ ਉੱਤਰ ਹੈ, ਭਾਰਤੀ ਲੀਡਰ ਨੇ ਕਿਹਾ ਸੀ ਕਿ ਜਿੱਥੇ ਦੂਜੇ ਦੇਸ਼ਾਂ ਵਿੱਚ ਸਪੁਤਨਿਕਾਂ, ਹਵਾਈ ਜਹਾਜ਼ਾਂ ਤੇ ਕਾਰਾਂ ਦਾ ਯੁੱਗ ਆ ਗਿਆ ਹੈ, ਉੱਥੇ ਭਾਰਤ ਦੇ ਵਿੱਚ ਅਜੇ ਸਾਈਕਲ ਯੁੱਗ ਤੱਕ ਹੀ ਭਾਰਤ ਹੈ ਉਹ ਅਜੇ ਸਾਈਕਲ ਯੁੱਗ ਤੱਕ ਹੀ ਪਹੁੰਚਿਆ ਹੈ। ਫਿਰ ਹੈ, ਪ੍ਰੋਫੈਸਰ ਨੇ ਆਪਣੀ ਕਿਹੜੀ ਗਲਤੀ ਠੀਕ ਕੀਤੀ ਸੀ? ਇਸ ਦਾ ਉੱਤਰ ਹੈ, ਪ੍ਰੋਫੈਸਰ ਨੂੰ ਬੁੱਢੀ ਮਾਈ ਨੇ ਆਪਣੇ ਨਾਲ ਸਾਈਕਲ ਉੱਤੇ ਬਿਠਾ ਕੇ ਲਿਜਾਣ ਦੀ ਬੇਨਤੀ ਕੀਤੀ ਸੀ, ਪਰ ਉਹ ਚੁੱਪ ਕਰਕੇ ਅੱਗੇ ਲੰਘ ਗਿਆ ਸੀ। ਥੋੜ੍ਹਾ ਅੱਗੇ ਜਾ ਕੇ ਉਸਨੂੰ ਲੱਗਾ ਕਿ ਉਹ ਵੀ ਉਸ ਨੌਜਵਾਨ ਸਾਈਕਲ ਸਵਾਰ ਵਰਗਾ ਪੱਥਰ ਦਿਲ ਹੀ ਹੈ ਜਿਹੜਾ ਉਸਨੂੰ ਨਾਲ ਨਹੀਂ ਸੀ ਲੈ ਕੇ ਜਾ ਰਿਹਾ। ਇਹ ਸੋਚ ਕੇ ਉਹ ਮਾਈ ਨੂੰ ਬਿਠਾਉਣ ਲਈ ਪਿੱਛੇ ਮੁੜ ਪਿਆ ਤੇ ਆਪਣੀ ਗਲਤੀ ਠੀਕ ਕੀਤੀ। ਬੁੱਢੀ ਮਾਈ ਦਾ ਸਰੀਰ ਤੇ ਪਹਿਰਾਵਾ ਕਿਹੋ ਜਿਹਾ ਸੀ? ਯਾਨੀ ਕਿ ਬੁੱਢੀ ਮਾਈ ਦਾ ਜਿਹੜਾ ਸਰੀਰ ਸੀ ਉਹ ਕਿਹੋ ਜਿਹਾ ਸੀ, ਉਸਨੇ ਕਿਹੋ ਜਿਹੇ ਕੱਪੜੇ ਪਾਏ ਹੋਏ ਸੀ? ਬੁੱਢੀ ਮਾਈ ਸੁੱਕੀ ਹੋਈ ਸੀ, ਉਸਦੀਆਂ ਅੱਖਾਂ ਕਮਜ਼ੋਰ ਸਨ ਤੇ ਪੈਰ ਨੰਗੇ ਸਨ। ਉਸਦਾ ਕੁੜਤਾ ਬਹੁਤ ਮੈਲਾ ਤੇ ਗੰਦੀ ਸੁੱਥਣ ਨੂੰ ਟਾਕੀਆਂ ਲੱਗੀਆਂ ਹੋਈਆਂ ਸਨ। ਉਸਦੀ ਚੁੰਨੀ ਵੀ ਫਟੀ ਹੋਈ ਸੀ ਤੇ ਸਰੀਰ ਪਸੀਨੇ ਨਾਲ ਗੰਦਾ ਸੀ। ਪ੍ਰੋਫੈਸਰ ਮਲਹੋਤਰਾ ਬੁੱਢੀ ਮਾਈ ਨੂੰ ਬੱਸ ਵਿੱਚ ਕਿਉਂ ਨਾ ਬਿਠਾ ਸਕਿਆ? ਇਸ ਦਾ ਉੱਤਰ ਹੈ, ਕਿਉਂਕਿ ਉਸ ਕੋਲ ਟਿਕਟ ਲੈ ਕੇ ਦੇਣ ਜੋਗੇ ਪੈਸੇ ਨਹੀਂ ਸਨ। ਪ੍ਰੋਫੈਸਰ ਮਲਹੋਤਰਾ ਕਿਹੋ ਜਿਹਾ ਅਧਿਆਪਕ ਸੀ? ਪ੍ਰੋਫੈਸਰ ਮਲਹੋਤਰਾ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਘਰੋਂ ਪੜ੍ਹ ਕੇ ਜਾਂਦਾ ਸੀ। ਉਹ ਕਲਾਸ ਵਿੱਚ ਤਸੱਲੀ ਨਾਲ ਨਾ ਪੜ੍ਹਾਉਣਾ ਪਾਪ ਸਮਝਦਾ ਸੀ। ਕਲਾਸ ਵਿੱਚ ਗੱਪਾਂ ਮਾਰਨ ਦੀ ਉਸਦੀ ਆਦਤ ਨਹੀਂ ਸੀ। ਲਾਲ ਚੀਰੇ ਨੇ ਪ੍ਰੋਫੈਸਰ ਮਲਹੋਤਰਾ ਨਾਲ ਕਾਹਦੀ ਸਾਂਝੀ ਪਾ ਲਈ। ਲਾਲ ਚੀਰੇ ਵਾਲੇ ਨੇ ਪ੍ਰੋਫੈਸਰ ਮਲਹੋਤਰਾ ਨਾਲ ਦੁਖੀ ਤੇ ਮੁਹਤਾਜ ਬੰਦੇ ਲਈ ਉਸ ਵਰਗਾ ਹੀ ਲੋਕ ਦਿਲ ਤੇ ਇਨਸਾਨੀ ਮਾਦੇ ਵਾਲਾ ਹੋਣ ਦੀ ਸਾਂਝ ਪਾ ਲਈ।
ਸਾਂਝ ਕਹਾਣੀ ਵਿੱਚ ਕਿਹੜੀ ਸਾਂਝ ਦਾ ਜ਼ਿਕਰ ਆਇਆ ਹੈ? ਇਸ ਕਹਾਣੀ ਵਿੱਚ ਮਨੁੱਖ ਦੇ ਅੰਦਰ ਦੁਖੀ ਤੇ ਮੁਹਤਾਜ ਆਦਮੀ ਲਈ ਸੰਵੇਦਨਸ਼ੀਲਤਾ ਤੇ ਹਮਦਰਦੀ ਦੀ ਸਾਂਝ ਦਾ ਜ਼ਿਕਰ ਆਇਆ ਹੈ। ਪ੍ਰੋਫੈਸਰ ਸਾਈਕਲ ਚਲਾਉਂਦੇ ਆਪਣੇ ਜੀਵਨ ਦੀਆਂ ਮੁਸ਼ਕਲਾਂ ਤੇ ਮੁਸ਼ਕਲਾਂ ਨਾਲ ਸਮਾਨਤਾ ਮਹਿਸੂਸ ਕਰਦਾ ਹੈ। ਸਹੀ ਹੈ ਜਾਂ ਗਲਤ? ਇਸ ਦਾ ਉੱਤਰ ਆਏਗਾ ਸਹੀ। ਭਾਰਤ ਸਾਈਕਲ ਦੇ ਯੁੱਗ ਵਿੱਚ ਨਹੀਂ ਪਹੁੰਚਿਆ ਤੇ ਸਾਈਕਲ ਗਰੀਬਾਂ ਦੀ ਸਵਾਰੀ ਹੈ। ਪ੍ਰੋਫੈਸਰ ਦੇ ਮਨ ਵਿੱਚ ਇਹ ਵਿਚਾਰ ਜਿਹੜੇ ਹਨ ਉਹ ਕਿਉਂ ਆਉਂਦੇ ਹਨ? ਇਸ ਦਾ ਉੱਤਰ ਹੈ ਇੱਕ ਭਾਰਤੀ ਲੀਡਰ ਦਾ ਧਿਆਨ ਯਾਦ ਆਉਣ 'ਤੇ। ਅਗਲਾ ਪ੍ਰਸ਼ਨ ਹੈ, ਸਾਂਝ ਕਹਾਣੀ ਵਿੱਚ ਆਏ ਪਾਤਰ ਪ੍ਰੋਫੈਸਰ, ਚੀਰੇ ਵਾਲਾ ਸਾਈਕਲ ਸਵਾਰ ਅਤੇ ਬੁੱਢੀ ਮਾਈ ਹਨ। ਇਹ ਜਿਹੜੇ ਪਾਤਰ ਇਸ ਕਹਾਣੀ ਦੇ ਵਿੱਚ ਹਨ, ਇਸ ਦੇ ਬਾਰੇ ਪੁੱਛਿਆ ਗਿਆ ਹੈ, ਠੀਕ ਹੈ ਜਾਂ ਗਲਤ ਹੈ? ਇਸ ਦਾ ਉੱਤਰ ਹੈ ਸਹੀ।